ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। विश्व भर के ਸਰੋਤਿਆਂ ਦਾ विश्व भर ਦੀਆਂ ਸੰਗਤਾਂ ਦਾ ਸਵਾਗਤ ਹੈ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੇ ਉੱਤੇ ਗੱਲਬਾਤ ਕਰਾਂਗੇ, ਇਤਿਹਾਸ ਤੋਂ ਜਾਣੂ ਹੋਵਾਂਗੇ ਕਿਉਂਕਿ ਵਿਸ਼ਵ ਭਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਗੇ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ कन्हैया। सुआओ उन्होंने फतेह की सांझ पाने तो प्रोग्राम की शुरुआत करते हैं। भाई साहब जी वाहिगुरू जी का खालसा वाहिगुरू जी की फतेह। सिंह साहब जी सब तो पहला जानना चाहांगे गुरु अर्जन देव जी के जीवन के उत्ते जेकर एक झात मारीए तो किवें उन्होंने जीवन जिहड़ा आ वो तुसीं देखते हैं। दीन दुनिया के मालक पंचम पातशाह धन गुरु अर्जन देव जी महाराज जिन्हां बारे भट्ट साहिबाना ने यह बचन किए कि तैं जनमत गुरमत ब्रह्म पछाणी जी। धन गुरु रामदास सच्चे पातशाह जी महाराज उन्हां दे घर बीबी भानी जी की कुखों गोइंदवाल साहब की धरती ते धन गुरु अर्जन देव सच्चे पातशाह जी का प्रकाश हुंदा जी। पर वेखो जदों गुरु अर्जन देव जी का जी उन्हां दे घर प्रकाश होया जी ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਵਕਤ ਗੁਰਗੱਦੀ ਤੇ ਸ਼ੁਭਾਇਮਾਨ ਨੇ ਜੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਾਲਕ ਨੂੰ ਵੇਖਣ ਵਾਸਤੇ ਆਏ ਜੀ। ਗੋਦ ਵਿੱਚ ਲੈ ਕਰਕੇ ਮਹਾਂਪੁਰਖ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਇਹ ਭਾਰੀ ਪੁਰਖ ਹੋਵੇਗਾ ਜੀ ਤੇ ਸੰਸਾਰ ਦੇ ਤਖਤੇ ਦੇ ਉੱਤੇ ਇਹ ਨਾਮ ਦੀ ਠੰਡ ਵਰਤਾਵੇਗਾ जी। पहला तो ये जी तो दूसरा इतिहास में यह भी आता भी जदों गुरु अर्जन देव जी महाराज बाल रूप दे विच खेडदे जी धन गुरु अमरदास जी के पलंगे के उत्ते जा करके चढ़न की कोशिश करते हैं जी। तो उस वक्त भी गुरु अमरदास जी हस के कहते हैं भी एक केड़ा पुरख है भारी जिसने मंजी हिलाई है सारी जी। तो सतगुरु गोद विच लै करके उदों बचन करते हैं दोहता बाणी का बोहता जी कि बाणी का बोहता ऐसा बाणी का जहाज तैयार कर देंगे जिहड़ा भवसागर पार कराऊ ते दुखां नूं कट देवेगा जी। ते दूसरा मैकालफ ने भी लिखिया है भी जिथे बाणी का बोहता है ना जी उत्थे गुरु अर्जन देव सच्चा पातशाह पानी का भी बोहता है जी। भाव बाणी का बोहता जिहड़ा संसार रूपी भवसागर नूं पार कराऊ जी जी। ਤੇ ਕਹਿੰਦੇ ਜਿਵੇਂ ਪਾਣੀ ਦਾ ਬੋਹਿਥਾ ਪਾਣੀ ਦਾ ਜਹਾਜ਼ ਹੋਵੇ ਸਮੁੰਦਰ ਦਰਿਆ ਪਾਰ ਕਰਾਉਂਦਾ ਕਹਿੰਦੇ ਜਿਵੇਂ ਜੀਵਨ ਦੇ ਵਿੱਚ ਕੋਈ ਦੁੱਖਾਂ ਵਰਗਾ ਤਕਲੀਫਾਂ ਵਰਗਾ ਪਰੇਸ਼ਾਨੀਆਂ ਵਰਗਾ ਸਮੁੰਦਰ ਦਰਿਆ ਹੋਵੇ ਜੀ ਤੇ ਕੋਈ ਧੰਨ ਗੁਰੂ ਅਰਜਨ ਦੇਵ ਜੀ ਦਾ ਨਾਮ ਲਵੇ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਦੁੱਖ ਕੱਟ ਦਿੰਦੇ। ਤਾਂ ਹੀ ਕਿਹਾ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ ਜੀ ਜੀ। सो अगे गल करिए तो गुरु अर्जन देव महाराज जी के मुख कारजां की जिक्र गल करिए तो मुख कारज किहड़े सन जिहड़े गुरु अर्जन देव महाराज जी ने कीते। धन गुरु अर्जन देव सच्चे पातशाह जी महाराज उन्होंने गुरगद्दी ते सुभाएमान होने तो बाद जी जिहड़ा सब तो पहला उपदेश सिख संगत नूं यही दिता जी कि साध संगत जी जे गुरु घर की सेवा करनी है शुभ कर्म करो मन प्रीत जी नाम दान इशनान ये पूर्ण भगती बनी कि सेवा करो ते आत्मा दे चाह नाल करो जी भगती करो आत्मा दे चाह नाल करो कर हे भगत आत्म कह जाए जी। पहला तो सतगुरु ने भगती वल सेवा वल प्रेरिया हाँ जी। ਤੇ ਦੂਸਰਾ ਜਿਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਵਸਾਇਆ ਜੀ ਜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਉਸਰਾਇਆ ਜੀ ਤੇ ਬੌਲੀ ਸਾਹਿਬ ਦੀ ਉਸਾਰੀ। ਉਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਪਹਿਲਾਂ ਕਰਤਾਰਪੁਰ ਸਾਹਿਬ ਵਸਾਇਆ ਜੀ। ਅੱਜ ਉਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ ਜੀ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਕਾਰ ਸੇਵਾ ਦੀ ਮੁਹਿੰਮ ਹੋਰ ਵੀ ਤੇਜ਼ ਕਰ ਦਿੱਤੀ ਸੀ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਰਨ ਤਾਰਨ ਦਾ ਤਾਲ ਬਣਵਾਇਆ ਜੀ ਉਹ ਨਗਰ ਆਬਾਦ ਕੀਤਾ ਜੀ ਕਰਤਾਰਪੁਰ ਵਸਾਇਆ
ਛੇ ਹਰਟਾਂ ਵਾਲਾ ਖੂਹ ਲਵਾਇਆ ਜੀ, ਸੰਗਤਾਂ ਦੇ ਭਲੇ ਵਾਸਤੇ। ਜੀ ਛੇ ਹਾਟਾ ਸਾਹਿਬ ਦੇ ਆਪਾਂ ਦਰਸ਼ਨ ਵੀ ਕਰਦੇ ਹਾਂ, ਸੰਗਤਾਂ ਨਮਸਕਾਰ ਕਰਦੀਆਂ। ਤੇ ਦੂਸਰਾ ਸੰਤੋਖਸਰ ਸਾਹਿਬ ਦੀ ਸੇਵਾ ਮਹਾਰਾਜ ਨੇ ਕਰਵਾਈ ਜੀ। ਸੰਤੋਖਸਰ ਸਾਹਿਬ ਦੀ ਸੇਵਾ ਕਰਵਾਉਣ ਤੋਂ ਬਾਅਦ ਫਿਰ ਜਿੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਉਸ ਤਾਲ ਨੂੰ ਪੱਕਾ ਕਰਵਾਇਆ ਜੀ। ਉੱਥੇ ਹੁਣ ਮਹਾਰਾਜ ਨੂੰ ਪਤਾ ਹੈ ਜੀ ਵੀ ਆਦ ਗ੍ਰੰਥ ਦੀ ਸੰਪਾਦਨਾ ਹੋਣੀ ਹੈ ਜੀ ਜੀ। ਸ਼ਬਦ ਗੁਰੂ ਦਾ ਪ੍ਰਕਾਸ਼ ਹੋਣਾ ਹੈ ਜੀ। ਪਰ ਸ਼ਬਦ ਗੁਰੂ ਦੇ ਪ੍ਰਕਾਸ਼ ਤੋਂ ਪਹਿਲਾਂ ਸ਼ਬਦ ਗੁਰੂ ਦੇ ਪ੍ਰਕਾਸ਼ ਸਥਾਨ ਨੂੰ ਬਣਵਾਇਆ। ਜੀ ਜੀ। ਭਾਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜਿਸ ਸਰੋਵਰ ਦੀ ਆਰੰਭਤਾ ਕੀਤੀ ਸੀ, ਅੰਮ੍ਰਿਤਸਰ ਦੀ ਸਥਾਪਨਾ ਕੀਤੀ, ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰੀ ਦਾ ਮੰਦਰ ਉਸਾਰ ਦਿੱਤਾ। ਹਰੀ ਦੇ ਮੰਦਰ ਦੀ ਨੀਂਹ ਰਖਵਾ ਦਿੱਤੀ। ਜੀ ਜੀ। ਇਹ ਸਭ ਤੋਂ ਵੱਡਾ ਕਾਰਜ ਸੀ, ਕਿਉਂਕਿ ਜਿਹੜੀ ਸ਼੍ਰੀ ਹਰਮੰਦਰ ਸਾਹਿਬ ਦੀ ਨੀਂਹ ਮਹਾਰਾਜ ਨੇ ਰਖਵਾਈ ਉਹਦੇ ਵਿੱਚ ਬੜੀ ਵੱਡੀ ਸਿੱਖਿਆ ਭਰ ਦਿੱਤੀ। ਜੀ। ਹਰਮੰਦਰ ਸਾਹਿਬ ਦੀ ਨੀਹਾਂ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਤੋਖਸਰ ਸਾਹਿਬ ਦੀ ਕਾਰ ਪਵਾਈ। ਜੀ। ਉਹ ਇਸ ਕਰਕੇ ਵੀ ਜਿੰਨੇ ਹਰੀ ਤੱਕ ਪਹੁੰਚਣਾ ਹੈ ਉਹਦੇ ਅੰਦਰ ਸੰਤੋਖ, ਪ੍ਰੇਮ ਤੇ ਸ਼ਰਧਾ ਹੋਵੇ। ਜੀ ਬਿਲਕੁਲ। ਤੇ ਦੂਸਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨੀਂਹ ਰਖਵਾਈ ਸਾਈਂ ਮੀਆਂ ਮੀਰ ਜੀ ਦੀ। ਜੀ। ਤਾਂ ਹੀ ਕਰਕੇ ਇਤਿਹਾਸ ਨੇ ਕਿਹਾ ਕਿ ਹਰਮੰਦਰ ਕੀ ਨੀਂव की ईंटें गवाही दे रही हैं कि अहले मज़ाहब में कभी दोस्ती मुस्कुराई। ਇਹ ਹਰਮੰਦਰ ਇਹ ਸਰਬ ਸਾਂਝਾ ਕੇਂਦਰ ਬਣਾ ਦਿੱਤਾ। ਜੀ। ਉਸ ਤੋਂ ਬਾਅਦ ਹਰਮੰਦਰ ਸਾਹਿਬ ਦੀ ਜਿਹੜੀ ਇਮਾਰਤ ਹੈ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਵਾਰੇ-ਵਾਰੇ ਜਾਈਏ ਕਿ ਕਿਆ ਬਖੂਬੀ ਢੰਗ ਦੇ ਨਾਲ ਪਰਮਾਰਥ ਦੀ ਸਿੱਖਿਆ ਦਿੱਤੀ। ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਜਿੱਥੇ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਵੀ ਖੱਤਰੀ, ਬ੍ਰਾਹਮਣ, ਸੂਦ, ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ ਬਣਾਇਆ। 4 ਵਰਨਾ ਵਾਸਤੇ 4 ਦਰਵਾਜ਼ੇ। ਜੀ। ਤੇ ਸਭ ਤੋਂ ਵੱਡੀ ਗੱਲ ਇਹ ਗੌਰ ਨਾਲ ਵੇਖੀਏ, ਧਿਆਨ ਨਾਲ ਅਨੁਭਵ ਕਰੀਏ ਨਾ, ਜੀ ਜਿਹੜੀ ਹਰ ਕੀ ਪੌੜੀ ਵਾਲਾ ਦਰਵਾਜ਼ਾ ਹੈ ਜੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਵੀ ਹਰਮੰਦਰ ਸਾਹਿਬ ਦੇ ਦਰਵਾਜ਼ੇ ਕਿਸੇ ਇੱਕ ਕੂੰਟ ਵੱਲ ਰੱਖੇ, ਇੱਕ ਦਿਸ਼ਾ ਵੱਲ ਰੱਖੇ। ਜੀ। ਮਹਾਰਾਜ ਨੇ 2 ਕੂੰਟਾਂ ਦੇ ਵਿਚਕਾਰ ਹਰਮੰਦਰ ਸਾਹਿਬ ਦੇ ਦਰਵਾਜ਼ੇ ਰੱਖੇ। ਜੀ। ਹਰ ਕੀ ਪੌੜੀ ਵਾਲਾ ਜਿਹੜਾ ਦਰਵਾਜ਼ਾ ਹੈ ਉਹ ਪੂਰਬ ਤੇ ਦੱਖਣ ਦੇ ਵਿਚਕਾਰ ਹੈ। ਜੀ। ਤੇ ਜਿਹੜਾ ਸ਼ਹੀਦ ਬੁੰਗੇ ਵਾਲਾ ਦਰਵਾਜ਼ਾ ਹੈ ਉਹ ਦੱਖਣ ਤੇ ਪੂਰਬ ਦੇ ਵਿਚਕਾਰ ਹੈ। ਜੀ। ਤੇ ਜੇ ਦਰਸ਼ਨੀ ਡਿਓੜੀ ਵਾਲਾ ਦਰਵਾਜ਼ਾ ਹੈ ਉਹ ਪੂਰਬ ਤੇ ਉੱਤਰ ਦੇ ਵਿਚਕਾਰ ਹੈ। ਜੀ। ਤੇ ਜਿਹੜਾ ਘੰਟਾਘਰ ਵਾਲਾ ਦਰਵਾਜ਼ਾ ਹੈ ਉਹ ਉੱਤਰ ਤੇ ਪੂਰਬ ਦੇ ਵਿਚਕਾਰ ਹੈ। ਜੀ ਜੀ। ਕਿਉਂਕਿ ਕੋਈ ਪੂਰਬ ਨੂੰ ਝੁਕ ਰਿਹਾ ਹੈ, ਕੋਈ ਪੱਛਮ ਨੂੰ ਝੁਕ ਰਿਹਾ ਹੈ, ਕੋਈ ਦੱਖਣ ਨੂੰ ਝੁਕ ਰਿਹਾ ਹੈ। ਸਤਿਗੁਰੂ ਨੇ ਦੱਖਣ, ਪੂਰਬ, ਪੱਛਮ ਦੀਆਂ ਵਿਥਾਂ ਮੁਕਾ ਦਿੱਤੀਆਂ। ਜੀ। ਦਿਸ਼ਾਵਾਂ ਦੀ ਵਿਥਾਂ ਮੁਕਾ ਦਿੱਤੀਆਂ। ਜੀ। ਮਹਾਰਾਜ ਕਹਿੰਦੇ ਪਰਮਾਤਮਾ ਕੇਵਲ ਇੱਕ ਦਿਸ਼ਾ ਵੱਲ ਨਹੀਂ, ਪਰਮਾਤਮਾ ਤੇ ਘਟ ਘਟ ਮੈਂ ਹਰ ਜੂ ਬਸੈ। ਜੀ। ਇਹ ਜਿਹੜਾ ਹਰੀ ਦਾ ਮੰਦਰ ਇਹ ਦੱਸਦਾ ਵੀ ਉਹ ਸਾਰੇ ਪਾਸੇ ਰਮਿਆ ਹੋਇਆ ਹੈ। ਜੀ ਜੀ। ਇਹ ਮੁੱਖ ਕਾਰਜ ਸੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ। ਜੀ। ਤੇ ਦੂਸਰਾ ਮਹਾਰਾਜ ਨੇ ਜਿੱਥੇ ਧਰਮਸ਼ਾਲਾ ਬਣਵਾਈਆਂ ਉੱਥੇ ਇੱਕ ਹੋਰ ਬੜਾ ਵੱਡਾ ਨੁਕਤਾ ਸਮਝਣ ਵਾਲਾ ਹੈ। ਜੀ। ਧਰਮਸ਼ਾਲਾ ਧਰਮ ਦੇ ਪ੍ਰਚਾਰ ਲਈ ਬਣਾਈ, ਪਰ ਜਿਹੜੀ ਸੰਗਤਾਂ ਦੀ ਮਾਇਆ ਆਉਂਦੀ ਸੀ ਨਾ ਜੀ ਉਹ ਮਹਾਰਾਜ ਨੇ ਗਰੀਬਾਂ ਦੇ ਲੋੜਵੰਦਾਂ ਦੇ ਭਲੇ ਲਈ ਲਵਾਈ। ਜੀ। ਲਾਹੌਰ ਜਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਦਵਾਖਾਨੇ ਵੀ ਖੁਲਵਾਏ ਕਿ ਲੋਕਾਂ ਦਾ ਮੁਫਤ ਇਲਾਜ ਹੋਵੇ। ਜੀ। ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕੀਤਾ। ਜੀ। ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਮਹਾਰਾਜ ਨੇ ਵਿਦਿਆ ਕੇਂਦਰ ਬਣਾਏ। ਜੀ। ਸੋ ਇਸ ਤਰ੍ਹਾਂ ਮਹਾਰਾਜ ਨੇ ਇੱਕ ਵੱਖਰੀ ਧਰਮ ਦੀ ਪਰਿਭਾਸ਼ਾ ਕਰਕੇ ਵਿਖਾਈ। ਜੀ। ਸੋ ਬਿਲਕੁਲ ਵਿਸ਼ਵ ਭਰ ਦੀਆਂ ਸੰਗਤਾਂ ਦੇ ਨਾਲ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਬੜੇ ਹੀ ਸੁੰਦਰ ਵਿਚਾਰਾਂ ਦੀ ਸਾਂਝ ਪਾ ਰਹੇ ਨੇ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕਨ੍ਹਈਆ। ਸੋ ਆਓ ਇਸੇ ਤਰ੍ਹਾਂ ਹੀ ਇਤਿਹਾਸ ਦੀ ਜਾਣਕਾਰੀ ਹੋਰ ਜਿਹੜੀ ਆ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਆ। ਸੋ ਭਾਈ ਸਾਹਿਬ ਗੱਲ ਕਰੀਏ ਤਾਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਗੱਲ ਕਰੀਏ ਤਾਂ ਇੱਕ ਵੱਡਾ ਕਾਰਜ ਸੀਗਾ ਜਿਹੜਾ ਗੁਰੂ ਸਾਹਿਬ ਨੇ ਕੀਤਾ। ਮੈਂ ਚਾਹੂੰਗਾ ਕਿ ਜ਼ਰੂਰ ਸੰਗਤਾਂ ਨੂੰ ਇਸ ਬਾਬਤ ਵੀ ਤੁਸੀਂ ਜਾਣਕਾਰੀ ਸਾਂਝੀ ਕਰੋ। ਜੀ ਵੇਖੋ, ਜਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ਼੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖ ਕੇ ਜੀ ਹਰਮੰਦਰ ਸਾਹਿਬ ਪ੍ਰਗਟ ਕਰ ਦਿੱਤਾ ਕਿ ਹਰੀ ਦਾ ਮੰਦਰ ਹੈ। ਜੀ। ਤੇ ਸਭ ਤੋਂ ਵੱਡੀ ਗੱਲ ਹਰਮੰਦਰ ਸਾਹਿਬ ਤੇ ਵੀ ਆਪ ਦਾ ਦਾਅਵਾ ਨਹੀਂ ਕੀਤਾ। ਇਹ ਨਹੀਂ ਕਿਹਾ ਕਿ ਮੇਰਾ ਮੰਦਰ ਹੈ, ਉੱਥੇ ਮਹਾਰਾਜ ਨੇ ਕਿਹਾ ਹਰੀ ਦਾ ਮੰਦਰ ਹੈ ਤੇ ਹਰੀ ਨੇ ਆਪ ਬਣਾਇਆ। ਇਹੋ ਕਾਰਨ ਸੀ ਵੀ ਜਦੋਂ ਪਹਿਲੀ ਵਾਰ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ, ਸੰਪਾਦਨਾ ਤੋਂ ਬਾਅਦ ਸੰਪੂਰਨਤਾ ਹੋਈ,
ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਜੀ ਤੇ ਹੁਕਮਨਾਮਾ ਵੀ ਆਇਆ ਸੀ, ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜੀ ਹੁਣ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਵਿੱਚ 3 ਸਾਲ ਲੱਗਦੇ ਆ ਜੀ ਜਿਸ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹਨਾਂ ਦੀ ਬਾਣੀ ਵੀ ਦਰਜ ਕੀਤੀ। ਜੀ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ, ਜੀ ਭੱਟ ਸਾਹਿਬਾਨਾਂ ਦੀ, ਜੀ ਔਰ ਧੰਨ ਗੁਰੂ ਤੇਗ ਬਹਾਦਰ ਜੀ ਦੀ ਜੋ ਬਾਣੀ ਹੈ ਉਹ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ ਦਰਜ ਕੀਤੀ। ਜੀ 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 ਤੇ ਧੰਨ ਗੁਰੂ ਰਾਮਦਾਸ ਜੀ ਨੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਵਿੱਚੋਂ 30 ਰਾਗਾਂ ਵਿੱਚ ਬਾਣੀ ਲਿਖੀ, ਹਾਂਜੀ ਉਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ 30 ਰਾਗਾਂ ਵਿੱਚ ਬਾਣੀ ਉਚਾਰੀ। ਜੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਆਦਿ ਗ੍ਰੰਥ ਸਾਹਿਬ ਦੇ ਵਿੱਚ ਕੇਵਲ ਉਹੀ ਬਾਣੀ ਦਰਜ ਕੀਤੀ ਜਿਹਦੇ ਵਿੱਚ ਨਰੋਲ ਪਰਮਾਤਮਾ ਦੀ ਖੁਦਾ ਦੀ ਸਿਫਤ ਸੀ, ਜੀ ਬਿਲਕੁਲ ਜਿਹਦੇ ਵਿੱਚ ਨਾਮ ਦੀ ਗੱਲ ਸੀ। ਭਾਵੇਂ ਭਗਤ ਵੱਖ-ਵੱਖ ਇਲਾਕਿਆਂ ਦੇ ਸੀ, ਭਗਤ ਵੱਖ-ਵੱਖ ਜਾਤੀਆਂ ਦੇ ਵੀ ਕਹੇ ਜਾ ਸਕਦੇ ਨੇ, ਜੀ ਜੀ ਪਰ ਉਹਨਾਂ ਦੀ ਵਿਚਾਰਧਾਰਾ ਇੱਕ ਸੀ, ਗੁਰਮਤ ਦੀ ਕਸਵੱਟੀ ਤੇ ਜਿਹੜੀ ਗੁਰਮਤ ਦੀ ਕਸਵੱਟੀ ਤੇ ਪੂਰੇ ਉਤਰਦੇ ਸੀ। ਜੇ ਭਗਤ ਨਾਮਦੇਵ ਜੀ ਦੀ ਬਾਣੀ ਹੈ ਉਹ ਭਾਵੇਂ ਉਧਰ ਮਹਾਰਾਸ਼ਟਰ ਦੇ ਵਿੱਚ ਨੇ ਤੇ ਭਾਵੇਂ ਇਧਰੋਂ ਭਗਤ ਕਬੀਰ ਜੀ ਨੇ ਜਾਂ ਭਗਤ ਧੰਨਾ ਜੀ ਹਸਤਨਾਪੁਰ ਦੇ ਨੇ ਤੇ ਜਾਂ ਬਾਬਾ ਫਰੀਦ ਜੀ ਨੇ, ਹੈ ਭਾਵੇਂ ਵੱਖ-ਵੱਖ ਇਲਾਕਿਆਂ ਦੇ, ਵੱਖ-ਵੱਖ ਜਾਤੀਆਂ ਦੇ, ਪਰ ਉਹਨਾਂ ਦੀ ਵਿਚਾਰਧਾਰਾ ਦੇ ਵਿੱਚੋਂ ਪਰਮਾਤਮਾ ਦੀ ਸਿਫਤ ਤੇ ਪਰਮਾਤਮਾ ਦਾ ਪ੍ਰੇਮ ਝਲਕਦਾ ਸੀ। ਜੀ ਜੀ ਉਸ ਤੋਂ ਬਾਅਦ ਸੰਪੂਰਨਤਾ ਹੋਈ। 3 ਸਾਲਾਂ ਬਾਅਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਦਾ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਉਂਕਿ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ, ਇਸ ਕਰਕੇ ਪਹਿਲਾਂ ਸ਼੍ਰੀ ਆਦਿ ਗ੍ਰੰਥ ਸਾਹਿਬ ਸ਼ਬਦ ਪ੍ਰਚਲਿਤ ਸੀ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋਇਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਹਰਿਮੰਦਰ ਦੇ ਵਿੱਚ ਮਹਾਰਾਜ ਖੁਦ ਫਿਰ ਉੱਚੇ ਹੋ ਕਰਕੇ ਨਹੀਂ ਬੈਠੇ। ਹਰਿਮੰਦਰ ਦੇ ਅੰਦਰ ਸਤਿਗੁਰੂ ਨੇ ਸ਼ਬਦ ਗੁਰੂ ਦੀ ਜੋਤ ਦਾ ਹੀ ਪ੍ਰਕਾਸ਼ ਕੀਤਾ ਤੇ ਸਤਿਗੁਰੂ ਖੁਦ ਸੰਗਤ ਵਿੱਚ ਬੈਠ ਕਰਕੇ ਹੁਕਮ ਸੁਣਦੇ ਨੇ। ਸ਼੍ਰੀ ਆਦਿ ਗ੍ਰੰਥ ਸਾਹਿਬ ਦਾ ਭਾਵ ਜੋਤ ਇੱਕੋ ਹੀ ਹੈ। ਜੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਪ੍ਰਗਟ ਕੀਤਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹਦੀ ਨੀਂਹ ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਰੱਖ ਦਿੱਤੀ। ਤੇ ਦੂਸਰਾ, ਹੁਣ ਵੇਖੋ ਅੱਜ ਕੱਲ ਕਈ ਕਹਿ ਦਿੰਦੇ ਵੀ ਇਹ ਤਾਂ ਸ਼ਬਦ ਗੁਰੂ ਹੈ ਤੇ ਸ਼ਬਦ ਗੁਰੂ ਤੋਂ ਗਿਆਨ ਲਓ, ਇਹਨੂੰ ਦੇਹ ਦੀ ਤਰ੍ਹਾਂ ਨਾ ਪੂਜੋ। ਪਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਜੇ ਪੁੱਛੀਏ, ਮਹਾਰਾਜ ਨੇ ਪ੍ਰਕਾਸ਼ ਵਾਸਤੇ ਹਰਿਮੰਦਰ ਸਾਹਿਬ ਤੇ ਆਰਾਮ ਵਾਸਤੇ ਕੋਠਾ ਸਾਹਿਬ। ਸਤਿਗੁਰੂ ਦਾ ਅੱਜ ਵੀ ਜਦੋਂ ਸੁਖਾਸਨ ਹੁੰਦਾ ਤੇ ਸਰੂਪ ਕੋਠਾ ਸਾਹਿਬ ਜਾਂਦਾ ਤੇ ਫਿਰ ਜਦੋਂ ਕੋਠਾ ਸਾਹਿਬ ਵਿਖੇ ਆਦਿ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ, ਮਹਾਰਾਜ ਨੇ ਪਲੰਗੇ ਦੇ ਉੱਤੇ ਸ਼ੁਭਾਇਮਾਨ ਕੀਤਾ ਤੇ ਖੁਦ ਧੰਨ ਗੁਰੂ ਅਰਜਨ ਦੇਵ ਜੀ ਪਲੰਗੇ ਦੇ ਹੇਠਾਂ ਵਿਸ਼ਰਾਮ ਕਰਦੇ। ਅੱਜ ਵੀ ਕੋਠਾ ਸਾਹਿਬ ਵਿਖੇ ਪਲੰਗੇ ਦੇ ਹੇਠਾਂ ਚਾਦਰ ਵਿਛੀ ਹੁੰਦੀ ਹੈ। ਉਹ ਧੰਨ ਗੁਰੂ ਅਰਜਨ ਦੇਵ ਜੀ ਦੀ ਸਿੱਖਿਆ ਦਿੰਦੀ ਹੈ ਵੀ ਜਿੱਥੇ ਸ਼ਬਦ ਗੁਰੂ ਹੋਵੇ, ਗੁਰੂ ਗ੍ਰੰਥ ਸਾਹਿਬ ਹੋਣ, ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਦੀ ਬਰਾਬਰਤਾ ਹੀ ਦੁਨੀਆ ਦਾ ਕੋਈ ਬਾਦਸ਼ਾਹ ਵੀ ਨਹੀਂ ਕਰ ਸਕਦਾ। ਉਹ ਸੱਚਾ ਪਾਤਸ਼ਾਹ ਹੈ। ਜੀ ਬਿਲਕੁਲ। ਸੋ ਇਹ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਾਰਜ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਸੋ ਅਸੀਂ ਅੱਜ ਜਿਹੜਾ ਦਿਹਾੜਾ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ, ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਦਾ, ਉਸ ਸਬੰਧ ਦੇ ਵਿੱਚ ਵੀ ਸਿੰਘ ਸਾਹਿਬ ਦੇ ਕੋਲੋਂ ਜਾਣਕਾਰੀ ਲੈਂਦੇ ਹਾਂ। ਸਿੰਘ ਸਾਹਿਬ ਜੀ, ਗੁਰੂ ਸਾਹਿਬ ਜੀ ਦੇ ਸ਼ਹੀਦੀ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਕਿਹੜੇ ਕਾਰਨ ਬਣੇ ਸਨ ਤੇ ਉਹਨਾਂ ਕਾਰਨਾਂ ਦੇ ਉੱਤੇ ਤੁਸੀਂ ਜਿਹੜੀ ਆ ਉਹ ਸਾਰੇ ਹੀ ਜਿੰਨੇ ਵੀ ਕਾਰਨ ਸਨ ਉਹਨਾਂ ਦੇ ਉੱਤੇ ਜ਼ਰੂਰ ਅਸੀਂ ਥੋੜ੍ਹੀ ਜਿਹੀ ਝਾਤ ਜਿਹੜੀ ਆ ਉਹ ਚਾਹਾਂਗੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੇ ਠੰਡੇ ਸੁਭਾਅ ਦੇ ਮਾਲਕ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਧਰਮਸ਼ਾਲਾ ਬਣਵਾਈਆਂ, ਵਿਦਿਆ ਕੇਂਦਰ ਬਣਵਾਏ, ਉੱਥੇ ਮਹਾਰਾਜ ਨੇ ਦਵਾਖਾਨੇ ਵੀ ਖੁਲਵਾਏ। ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਉਸ ਤੋਂ ਬਾਅਦ ਸੰਪੂਰਨਤਾ ਤੋਂ ਬਾਅਦ ਪ੍ਰਕਾਸ਼ ਵੀ ਹੋਇਆ। ਹੁਣ ਇੱਥੋਂ ਸਿੱਖੀ ਦੀ ਚੜ੍ਹਦੀ ਕਲਾ ਵੀ ਨਜ਼ਰ ਆ ਰਹੀ ਸੀ ਤੇ ਜਿਹੜੇ
ਮਜ਼ਹਬੀ ਕੱਟੜਤਾ ਦੇ ਵਿੱਚ ਉਲਝੇ ਪਏ ਸੀ। ਕੱਟੜ ਮੌਲਾਣੇ ਜਾਂ ਕੱਟੜ ਬ੍ਰਾਹਮਣ ਜਿਹੜੇ ਮਜ਼ਹਬੀ ਕੱਟੜਤਾ ਦੇ ਵਿੱਚ ਸਨ, ਉਹ ਸਿੱਖੀ ਦੀ ਚੜ੍ਹਦੀ ਕਲਾ ਤੇ ਨਿਰੋਲ ਪਰਮਾਤਮਾ ਦੇ ਸਿਧਾਂਤ ਤੋਂ ਮੁਨਕਰ ਸਨ। ਉਹ ਬਾਦਸ਼ਾਹ ਦੇ ਕੰਨ ਭਰਦੇ ਹੀ ਰਹਿੰਦੇ ਸੀ। ਜਦੋਂ ਮਹਾਰਾਜ ਲਾਹੌਰ ਗਏ ਆ, ਉਦੋਂ ਅਕਬਰ ਨਾਲ ਵੀ ਪਹਿਲਾਂ ਮੁਲਾਕਾਤ ਹੋਈ, ਪਰ ਅਕਬਰ ਗੁਰੂ ਅਰਜਨ ਦੇਵ ਜੀ ਤੋਂ ਪ੍ਰਭਾਵਿਤ ਸੀ। ਅਕਬਰ ਦੇ ਵੀ ਕੰਨ ਭਰੇ ਜਾਂਦੇ ਸੀ, ਪਰ ਅਕਬਰ ਉਹਨਾਂ ਦੇ ਚੁਗਲੀਆਂ ਦੇ ਪ੍ਰਭਾਵ ਹੇਠਾਂ ਨਹੀਂ ਸੀ ਆਉਂਦਾ। ਉਹਨੂੰ ਪਤਾ ਸੀ ਇਹ ਖੁਦਾ ਦੀ ਜੋਤ ਹੈ। ਪਰ ਅਕਬਰ ਦੇ ਘਰ ਦੇ ਜੇ ਝਗੜੇ ਵੇਖ ਲਈਏ, ਅਕਬਰ ਚਾਹੁੰਦਾ ਸੀ ਕਿ ਮੇਰੇ ਤੋਂ ਬਾਅਦ ਮੇਰਾ ਰਾਜ ਭਾਗ, ਮੇਰੇ ਤਖਤ ਦਾ ਗੱਦੀ ਨਸ਼ੀਨ ਮੇਰਾ ਪੋਤਰਾ ਖੁਸਰੋ ਬਣ ਜਾਵੇ, ਜਹਾਂਗੀਰ ਨਾ ਬਣੇ। ਪਰ ਜਹਾਂਗੀਰ, ਹੁਣ ਵੇਖੋ ਗੱਦੀ ਕੈਸੀ ਚੀਜ਼ ਹੈ, ਸਿਆਸਤ ਕੈਸੀ ਚੀਜ਼ ਹੈ ਵੀ ਜਹਾਂਗੀਰ ਦਾ ਭਾਵੇਂ ਪੁੱਤਰ ਸੀ, ਪਰ ਉਹ ਕਹਿੰਦਾ ਵੀ ਪੁੱਤਰ ਤੋਂ ਪਹਿਲਾਂ ਮੈਂ ਗੱਦੀ ਤੇ ਬਵਾਂਗਾ। ਉੱਥੇ ਹੀ ਫਿਰ ਝਗੜਾ ਸ਼ੁਰੂ ਹੋ ਗਿਆ। ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਧੱਕੇ ਨਾਲ ਗੱਦੀ ਤੇ ਬੈਠਾ। ਉਸ ਤੋਂ ਬਾਅਦ ਖੁਸਰੋ ਨੇ ਵੀ ਬਗਾਵਤ ਕਰ ਦਿੱਤੀ। ਪਰ ਜਿਹੜਾ ਜਹਾਂਗੀਰ ਸੀ ਉਹ ਵੀ ਮਜ਼ਹਬੀ ਕੱਟੜਤਾ ਦੇ ਪ੍ਰਭਾਵ ਹੇਠਾਂ ਸੀ। ਮੌਲਾਣੇ ਬਾਰ-ਬਾਰ ਇਹ ਕੰਨ ਭਰਦੇ ਸੀ ਵੀ ਜੋ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ, ਉਹਦੇ ਵਿੱਚ ਸਾਡੇ ਮਜ਼ਹਬ ਦੀ ਤੋਹੀਨ ਕੀਤੀ ਹੈ, ਸਾਡੇ ਮਜ਼ਹਬ ਬਾਰੇ ਸਹੀ ਨਹੀਂ ਲਿਖਿਆ। ਤੇ ਦੂਸਰਾ ਇਹ ਵੀ ਕਿਹਾ ਜਾਂਦਾ ਸੀ ਵੀ ਉਹ ਕਾਫਰ ਹੈ ਤੇ ਉਹ ਸਮੇਂ ਦੇ ਬਾਦਸ਼ਾਹ, ਮੌਕੇ ਦੇ ਬਾਦਸ਼ਾਹ ਦੇ ਬਰਾਬਰ ਖੜਾ ਹੋ ਰਿਹਾ। ਇਸ ਤਰ੍ਹਾਂ ਕੰਨ ਭਰੇ ਜਾਂਦੇ ਸੀ। ਚੰਦੂ ਵੀ ਕੰਨ ਭਰਦਾ ਰਿਹਾ, ਮੌਲਾਣੇ ਵੀ ਕੰਨ ਭਰਦੇ ਰਹੇ, ਬ੍ਰਾਹਮਣ ਕੱਟੜ ਵੀ ਕੰਨ ਭਰਦੇ ਰਹੇ। ਤੇ ਜਹਾਂਗੀਰ ਤੇ ਮੌਕੇ ਦੀ ਭਾਲ ਵਿੱਚ ਸੀ ਵੀ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਜਾਵੇ। ਹੁਣ ਸਮਾਂ ਆਇਆ ਵੀ ਖੁਸਰੋ ਨੇ ਬਗਾਵਤ ਕੀਤੀ। ਬਗਾਵਤ ਤੋਂ ਬਾਅਦ ਉਹ ਲਾਹੌਰ ਵੱਲ ਜਾ ਰਿਹਾ ਸੀ ਤੇ ਸੁਭਾਵਕ ਹੀ ਰਸਤੇ ਦੇ ਵਿੱਚ ਉਹ ਗੁਰੂ ਅਰਜਨ ਦੇਵ ਜੀ ਨੂੰ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕਰਦਾ। ਮਹਾਰਾਜ ਦੇ ਦਰਸ਼ਨ ਕਰਕੇ ਫਿਰ ਜਾਣਾ ਚਾਹੁੰਦਾ। ਤੇ ਗੁਰੂ ਘਰ ਦਾ ਤੇ ਅਸੂਲ ਹੈ ਵੀ ਇੱਥੇ ਤੇ ਕੋਈ ਵੈਰੀ ਵੀ ਚੜ੍ਹ ਕੇ ਆ ਜਾਵੇ ਤੇ ਸਿੱਖ ਪਹਿਲਾਂ ਜਾ ਕਰਕੇ ਲੰਗਰ ਛਕਾਉਂਦੇ ਨੇ। ਹੁਣ ਜਦੋਂ ਆਇਆ ਤੇ ਮਹਾਰਾਜ ਦੇ ਘਰ ਵਿੱਚ ਲੰਗਰ ਵਰਤਦਾ, ਉਹਨੇ ਲੰਗਰ ਛਕਿਆ ਤੇ ਜਹਾਂਗੀਰ ਨੂੰ ਮੌਕਾ ਮਿਲ ਗਿਆ। ਉਹਨੇ ਫਤਵਾ ਜਾਰੀ ਕੀਤਾ, ਅਸਿਹ ਚਹਾਰ ਪੁਸ਼ਤ ਊਈ ਦੁਕਾਨ ਰਾ ਗਰਮ ਮਜਦਾਸ਼ ਤੰਦ। ਕਹਿੰਦਾ ਉਹਨੇ ਸ਼ਬਦ ਬੜੇ ਗਲਤ ਵਰਤੇ। ਕਹਿੰਦਾ ਇਸ ਝੂਠ ਦੀ ਦੁਕਾਨ ਨੂੰ ਹੁਣ ਮੈਂ ਬੰਦ ਕਰ ਦਿਆਂਗਾ, ਕਿਉਂਕਿ ਇਹਨਾਂ ਨੇ ਸਰਕਾਰ ਤੋਂ ਬਾਗੀ ਹੋਏ ਖੁਸਰੋ ਨੂੰ ਪਨਾਹ ਦਿੱਤੀ ਹੈ। ਪਰ ਅਸਲ ਦੇ ਵਿੱਚ ਉਹ ਸਿੱਖੀ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਸਨੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਗ੍ਰਿਫਤਾਰੀ ਦੇ ਆਦੇਸ਼, ਹੁਕਮ ਜਾਰੀ ਕਰ ਦਿੱਤੇ। ਇਹ ਸਭ ਤੋਂ ਵੱਡੇ ਕਾਰਨ ਬਣੇ ਮਹਾਰਾਜ ਦੀ ਸ਼ਹੀਦੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋਏ ਤਾਂ ਇੱਕ ਉਸ ਵੇਲੇ ਯਾਸ਼ਾ ਦਾ ਇੱਕ ਜਿਹੜਾ ਆ, ਜਾਸ਼ਾ ਜਾਂ ਜਾਸਾ ਕਹਿੰਦੇ ਸੀਗੇ, ਉਹਦੇ ਤਹਿਤ ਜਿਹੜਾ ਆ ਉਹ ਸਜ਼ਾਵਾਂ ਕਹਿੰਦੇ ਹੁੰਦੀਆਂ ਸੀ। ਉਹ ਵੀ ਜ਼ਰੂਰ ਸਿੱਖ ਸੰਗਤਾਂ ਦੇ ਨਾਲ ਸਾਂਝ ਪਾਓ ਕਿ ਉਹ ਕੀ ਹੈਗਾ ਸੀਗਾ ਤੇ ਕਿਵੇਂ ਜਿਹੜੀਆਂ ਆ ਉਹ ਸਜ਼ਾਵਾਂ ਉੱਥੇ ਫਿਰ ਕੀਤੀਆਂ ਗਈਆਂ ਕਿ ਆ ਸਜ਼ਾ ਜਿਹੜੀ ਆ ਉਹ ਦਿੱਤੀ ਜਾਏਗੀ। ਜਿਹੜਾ ਯਾਸਾ ਦਾ ਕਾਨੂੰਨ ਹੈ ਇਹ ਦਰਵੇਸ਼ ਪੁਰਸ਼ਾਂ ਵਾਸਤੇ ਬਣਾਇਆ ਸੀ, ਫਕੀਰਾਂ ਵਾਸਤੇ ਚੰਗੇਜ਼ ਖਾਨ ਨੇ। ਉਹ ਇਸ ਕਰਕੇ ਯਾਸਾ ਦਾ ਕਾਨੂੰਨ ਦਾ ਇਹ ਅਸੂਲ ਸੀ ਵੀ ਇੱਕ ਦਰਵੇਸ਼ ਦੀ ਇਸ ਤਰ੍ਹਾਂ ਮੌਤ ਕੀਤੀ ਜਾਵੇ, ਉਹਨੂੰ ਮਾਰਿਆ ਜਾਵੇ ਵੀ ਉਹਦੇ ਖੂਨ ਦਾ ਤੁਪਕਾ ਵੀ ਧਰਤੀ ਤੇ ਨਾ ਡਿੱਗੇ। ਉਹ ਇਸ ਕਰਕੇ ਕਿਉਂਕਿ ਵੈਰੀ ਨੂੰ ਇਹ ਗੱਲ ਪਤਾ ਸੀ ਵੀ ਜਦੋਂ ਕਮਾਈ ਵਾਲੇ ਦਾ ਲਹੂ ਧਰਤੀ ਦੇ ਉੱਤੇ, ਜ਼ਮੀਨ ਦੇ ਉੱਤੇ ਡਿੱਗਦਾ ਤੇ ਜਿਸ ਥਾਂ ਦੇ ਉੱਤੇ ਇੱਕ ਕਮਾਈ ਵਾਲੇ ਦਾ, ਇੱਕ ਮਹਾਂਪੁਰਖ ਦਾ ਲਹੂ ਦਾ ਤੁਪਕਾ ਡਿੱਗਦਾ, ਇੱਕ ਤਾਂ ਉੱਥੇ ਸਦੀਆਂ ਤਾਈਂ ਉਹਦੀ ਯਾਦ ਬਣੀ ਰਹਿੰਦੀ ਹੈ ਤੇ ਦੂਸਰਾ ਉਸ ਨਿੱਕੇ ਜਿਹੇ ਖੂਨ ਦੇ ਤੁਪਕੇ ਦੇ ਵਿੱਚੋਂ ਹਜ਼ਾਰਾਂ ਲੱਖਾਂ ਆਪਣਾ ਤਨ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ। ਇਹ ਯਾਸਾ ਦਾ ਕਾਨੂੰਨ ਇਸ ਕਰਕੇ ਬਣਾਇਆ ਵੀ ਕਿਸੇ ਵੀ ਦਰਵੇਸ਼ ਦੀ ਮੌਤ ਵੇਲੇ ਉਹਦਾ ਖੂਨ ਦਾ ਤੁਪਕਾ ਉਹ ਧਰਤੀ ਤੇ ਨਾ ਗਿਰੇ। ਹਾਂਜੀ। ਤੇ ਫਿਰ ਗੁਰੂ ਸਾਹਿਬ ਦੇ ਉੱਤੇ ਕਿਵੇਂ ਉੱਥੇ ਜਿਹੜੇ ਆ ਉਹ ਜ਼ੁਲਮ ਕੀਤੇ ਗਏ, ਕਿਵੇਂ ਜਿਹੜੀਆਂ ਸਜ਼ਾਵਾਂ ਉਹ ਦਿੱਤੀਆਂ ਗਈਆਂ? ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਕੋਈ ਗ੍ਰਿਫਤਾਰ ਕੈਦ ਨਹੀਂ ਕਰ ਸਕਦਾ। ਇਹ ਤੇ ਮਹਾਰਾਜ ਦੀ ਮੌਜ ਹੈ। ਵੇਖੋ, ਜਦੋਂ ਧੰਨ ਗੁਰੂ ਅਰਜਨ ਦੇਵ ਜੀ ਹਲੇ ਗੁਰਗੱਦੀ ਤੇ ਨਹੀਂ ਸਨ ਤੇ ਇੱਕ ਵਾਰ ਪਹਿਲਾਂ ਗੁਰੂ ਰਾਮਦਾਸ ਜੀ ਨੇ ਲਾਹੌਰ ਭੇਜਿਆ ਸੀ। ਜਦੋਂ ਪਹਿਲਾਂ ਪਿਰਥੀ ਚੰਦ ਜੀ ਨੂੰ ਕਿਹਾ, ਮਹਾਦੇਵ ਜੀ ਨੂੰ ਕਿਹਾ, ਉਹ ਮੁਨਕਰ ਹੋ ਗਏ
ਜਦੋਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਭਤੀਜੇ ਦੀ ਸ਼ਾਦੀ ਸੀ, ਵਿਵਾਹ ਸੀ। ਜੀ ਹਾਲਾਂਕਿ ਕੱਲੀ ਸ਼ਾਦੀ ਨਹੀਂ, ਉੱਥੇ ਮਹਾਰਾਜ ਇੱਕ ਪਰਖ ਵੀ ਕਰਨੀ ਚਾਹੁੰਦੇ ਸੀ ਵੀ ਕਿਹੜਾ ਹੁਕਮ ਤੇ ਪੂਰਾ ਉਤਰੇਗਾ। ਪਿਰਥੀ ਚੰਦ ਨੂੰ ਇਹ ਸੀ ਵੀ ਕਿਤੇ ਮਹਾਰਾਜ ਪਿੱਛੋਂ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਨਾ ਦੇ ਦੇਣ। ਉਹਨੇ ਮਨਾ ਕਰ ਦਿੱਤਾ। ਮਹਾਦੇਵ ਜੀ ਵਖਿਆਣ ਕਰਨ ਲੱਗ ਪਏ ਜੀ, ਦੁਨੀਆ ਝੂਠੀ ਹੈ, ਦੁਨੀਆ ਦੇ ਉਲਝਣਾ ਵਿੱਚ ਪੈਣਾ ਨਹੀਂ ਚਾਹੀਦਾ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਕਹੇ 7 ਬਚਨ ਕਹਿ ਕੇ ਤੁਰ ਪਏ। ਤੇ ਵੇਖੋ ਉਦੋਂ ਇਹ ਸਪਸ਼ਟ ਹੋ ਗਿਆ ਵੀ ਜੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਗੁਰੂ ਦੇ ਹੁਕਮ ਨੂੰ ਮਨਾਉਂਦੇ ਹੋਏ ਖੁਸ਼ੀ ਵਿੱਚ ਜਾ ਸਕਦੇ ਨੇ, ਉਹ ਗੁਰੂ ਅਰਜਨ ਦੇਵ ਜੀ ਰੱਬ ਦੇ ਭਾਣੇ ਨੂੰ ਸਿਰ ਤੇ ਮੰਨਦੇ ਹੋਏ ਲਾਹੌਰ ਜਾ ਕੇ ਤੱਤੀ ਤਵੀ ਤੇ ਵੀ ਬੈਠ ਸਕਦੇ। ਜੀ 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 ਹੁਣ ਮਹਾਰਾਜ ਨੂੰ ਗ੍ਰਿਫਤਾਰ ਕਰਨ ਨਹੀਂ ਆਏ, ਮਹਾਰਾਜ ਖੁਦ ਚੱਲ ਕੇ ਗਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਤੇ ਹਦਾਇਤ ਵੀ ਕੀਤੀ ਕਿ ਬੇਟਾ ਹੁਣ ਸ਼ਸਤਰਧਾਰੀ ਹੋਣਾ, ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਖੁਦ ਵੀ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਸਨ। ਮਹਾਰਾਜ ਸ਼ਸਤਰ ਵਿਦਿਆ ਦੇ ਧੁਰੰਧਰ ਸਨ। ਮਹਾਰਾਜ ਨੇ ਹਦਾਇਤ ਕੀਤੀ ਸ਼ਸਤਰਧਾਰੀ ਹੋਣ ਦੀ। ਉਸ ਤੋਂ ਬਾਅਦ ਗੁਰਸਿੱਖਾਂ ਦੇ ਸਮੇਤ 5 ਗੁਰਸਿੱਖਾਂ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਪਹੁੰਚੇ। ਇੱਥੇ ਚੰਦੂ ਦੀ ਹਵੇਲੀ ਵਿੱਚ ਪਹਿਲਾਂ ਰੱਖਿਆ, ਬਾਅਦ ਵਿੱਚ ਫਿਰ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤਾ। ਜਹਾਂਗੀਰ ਸ਼ਹੀਦ ਕਰਨ ਦਾ ਹੁਕਮ ਦੇ ਕਰਕੇ ਖੁਦ ਕਸ਼ਮੀਰ ਚਲਿਆ ਗਿਆ। ਅੱਛਾ ਜੀ। ਤੇ ਸਤਿਗੁਰੂ ਨੂੰ ਫਿਰ ਲਗਾਤਾਰ 5 ਦਿਨ ਇਸੇ ਤਰ੍ਹਾਂ ਇਹ ਤਸੀਹੇ ਦਿੰਦੇ ਰਹੇ। ਪਹਿਲੇ ਦਿਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਜੇਠ ਦੇ ਮਹੀਨੇ ਦੇ ਇੰਨੀ ਗਰਮੀ ਦੇ ਵਿੱਚ ਕਹਿੰਦੇ ਨੇ ਤਪਦੀ ਹੋਈ ਰੇਤਾ ਦੇ ਉੱਤੇ ਬਿਠਾ ਦਿੱਤਾ, ਨਾ ਅੰਨ ਦਿੱਤਾ ਨਾ ਪਾਣੀ ਦਿੱਤਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਅਡੋਲ ਚਿੱਤ ਤਪਦੀ ਰੇਤਾ ਦੇ ਉੱਪਰ ਬੈਠੇ ਰਹੇ। ਮਹਾਰਾਜ ਦੇ ਸਰੀਰ ਤੇ ਛਾਲੇ ਵੀ ਹੋਏ, ਪਰ ਚਿਹਰੇ ਦੇ ਉੱਤੇ ਇੱਕ ਵੱਖਰਾ ਜਲਾਲ ਹੈ, ਇੱਕ ਵੱਖਰੀ ਮੁਸਕਰਾਹਟ ਹੈ। ਸਤਿਗੁਰੂ ਨਾ ਡੋਲੇ। ਦੂਸਰੇ ਦਿਨ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹੋਰ ਤਸੀਹੇ ਦੇਣ ਵਾਸਤੇ ਦੇਗ ਲਿਆਂਦੀ ਗਈ, ਪਾਣੀ ਉਬਾਲਿਆ ਗਿਆ। ਤੇ ਹੁਣ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੇਗ ਦੇ ਵਿੱਚ ਵੀ ਉਬਾਲਿਆ ਗਿਆ, ਦੇਗ ਦੇ ਵਿੱਚ ਬਿਠਾਇਆ ਗਿਆ, ਤਪਦਾ ਹੋਇਆ ਪਾਣੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਸੁਭਾਵਕ ਹੈ ਵੀ ਜਦੋਂ ਦੇਗ ਦੇ ਵਿੱਚ ਉਬਾਲਿਆ ਜਾਵੇਗਾ ਤੇ ਮਾਸ ਉਹ ਢਿਲਕਣਾ ਸ਼ੁਰੂ ਹੋ ਜਾਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਵੀ ਨਹੀਂ ਡੋਲਣਾ ਤੇ ਕਿਉਂ ਸੀ, ਕਿਉਂਕਿ ਉਹ ਤੇ ਖੁਦ ਖੁਦਾ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਅਡੋਲ ਚਿੱਤ ਬੈਠੇ ਰਹੇ। ਸਾਈਂ ਮੀਆਂ ਮੀਰ ਜੀ ਨੇ ਜ਼ਰੂਰ ਆ ਕਰਕੇ ਬਹੁਤ ਵੈਰਾਗ ਕੀਤਾ ਤੇ ਸਾਈਂ ਮੀਆਂ ਮੀਰ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਵੱਲ ਵੇਖ ਕਰਕੇ ਭੁੱਬਾਂ ਮਾਰੀਆਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਸਾਈਂ ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਕਹਿੰਦੇ ਕੋਈ ਗੱਲ ਨਹੀਂ, ਤਨ ਤਪਦਾ ਪਰ ਅੰਦਰ ਪ੍ਰਮਾਤਮਾ ਦਾ ਨਾਮ ਹੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੁਣ ਦੇਗ ਵਿੱਚ ਉਬਾਲਿਆ ਗਿਆ ਤਾਂ ਵੀ ਸਤਿਗੁਰੂ ਤੇ ਕੀ ਅਸਰ ਹੋਣਾ। ਫਿਰ ਅਗਲਾ ਦਿਨ ਚੜ੍ਹਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਵੀ ਤੱਤੀ ਕਰਕੇ ਤੱਤੀ ਤਵੀ ਦੇ ਉੱਤੇ ਬਿਠਾ ਦਿੱਤਾ ਤੇ ਸੀਸ ਦੇ ਉੱਤੇ ਤੱਤਾ ਰੇਤਾ ਪਾਇਆ ਗਿਆ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੱਤੀ ਤਵੀ ਦੇ ਉੱਪਰ ਬੈਠ ਕਰਕੇ ਵੀ ਸੁਖਮਣੀ ਦੇ ਗੀਤ ਗਾਉਂਦੇ ਰਹੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਰਫ ਇਸ ਕਰਕੇ ਕਿਉਂਕਿ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਦਿ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਦੀ ਤਾਰੀਫ ਲਿਖ ਦਿਓ। ਤੇ ਸਤਿਗੁਰੂ ਕਹਿੰਦੇ ਇਹ ਬਾਣੀ ਸਾਡੀ ਨਹੀਂ, ਇਹ ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਖਸਮ ਦੀ ਹੈ, ਧੁਰੋਂ ਆਈ ਹੈ, ਇਹਦੇ ਵਿੱਚ ਮਿਲਾਵਟ ਨਹੀਂ ਹੋ ਸਕਦੀ। ਬਾਣੀ ਵਿੱਚ ਮਿਲਾਵਟ ਨਾ ਹੋਵੇ, ਇਸ ਕਰਕੇ ਸਤਿਗੁਰੂ ਤੱਤੀ ਤਵੀ ਦੇ ਉੱਪਰ ਬੈਠ ਗਏ ਤੇ ਸਾਰੇ ਜਹਾਨ ਦਾ ਦੁੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਤਨ ਤੇ ਸਹਿਣ ਕੀਤਾ। ਤੱਤੀ ਤਵੀ ਦੇ ਉੱਪਰ ਬੈਠਣ ਤੋਂ ਬਾਅਦ ਸੀਸ ਤੇ ਰੇਤਾ ਤੱਤਾ ਪਾਇਆ ਗਿਆ, ਮੱਥੇ ਦੇ ਉੱਪਰ ਫਲੂਹੇ ਹੋ ਗਏ। ਮਾਸ ਆਪਾਂ ਵੇਖੀਏ ਕਿਸੇ ਦਾ ਅੱਗ ਦੇ ਵਿੱਚ ਹੱਥ ਪੈ ਜਾਵੇ ਸਾਰਾ ਮਾਸ ਸੜ ਜਾਂਦਾ। ਕਹਿੰਦੇ ਰੂਈ ਦੀ ਤਰ੍ਹਾਂ ਸਤਿਗੁਰੂ ਦੇ ਸਰੀਰ ਦੇ ਮਾਸ ਦੀ ਹਾਲਾਤ ਹੋ ਗਈ ਜਿਵੇਂ ਰੂਈ ਸੜ ਜਾਂਦੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੱਥੇ ਤੇ ਫਲੂਹੇ। ਉਹਨਾਂ ਨੇ ਵੇਖਿਆ ਵੀ ਇਸ ਦਰਵੇਸ਼ ਪੁਰਸ਼ ਦੇ ਉੱਤੇ ਕੋਈ
ਮੌਤ ਦਾ ਜਾਂ ਤਸੀਹਿਆਂ ਦਾ ਪ੍ਰਭਾਵ ਨਹੀਂ ਪੈ ਰਿਹਾ, ਉਹ ਵੀ ਥੱਕ ਗਏ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਥੇ ਇੱਕ ਸਬਕ ਸਿਖਾ ਰਹੇ ਸੀ ਜੀ। ਅੱਜ ਸਤਿਗੁਰੂ ਸ਼ਹੀਦੀ ਪਾ ਰਹੇ ਨੇ, ਸਿੱਖ ਵੇਖ ਰਹੇ ਨੇ ਜੀ, ਤੇ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਤੱਤੀ ਤਵੀ ਤੇ ਬੈਠ ਕੇ ਸਤਿਗੁਰੂ ਦੱਸ ਰਹੇ, ਹੁਣ ਸਿੱਖੋ ਅੱਜ ਲਾਹੌਰ ਦੇ ਵਿੱਚ ਗੁਰੂ ਦੀ ਜੋਤ ਦੇਗਾਂ ਵਿੱਚ ਉਬਾਲੇ ਖਾ ਰਹੀ ਹੈ। ਚੇਤੇ ਰੱਖਿਓ, ਚਾਂਦਨੀ ਚੌਂਕ ਦੇ ਵਿੱਚ ਇੱਕ ਦਿਨ ਆਵੇਗਾ, ਅੱਜ ਗੁਰੂ ਦੇਗ ਵਿੱਚ ਉਬਾਲੇ ਖਾ ਰਿਹਾ, ਸਿੱਖ ਵੇਖ ਰਹੇ ਨੇ। ਇੱਕ ਦਿਨ ਆਵੇਗਾ, ਸਿੱਖ ਦੇਗ ਵਿੱਚ ਉਬਾਲੇ ਖਾਏਗਾ ਭਾਈ ਦਿਆਲ ਦਾਸ ਤੇ ਗੁਰੂ ਤੇਗ ਬਹਾਦਰ ਜੀ ਵੇਖਣਗੇ। ਭਾਵ ਸਤਿਗੁਰੂ ਸਬਕ ਸਿਖਾ ਰਹੇ ਸੀ ਵੀ ਗੁਰੂ ਕੀ ਬਾਣੀ ਦੇ ਵਾਸਤੇ, ਗੁਰੂ ਕੇ ਸਿਧਾਂਤ ਵਾਸਤੇ ਤਨ ਕੁਰਬਾਨ ਕਰਨਾ ਪੈ ਜਾਵੇ ਤੇ ਪਿੱਛੇ ਨਹੀਂ ਹਟਣਾ। ਤਸੀਹਿਆਂ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ, ਹੁਣ ਰਾਵੀ ਵਿੱਚ ਇਸ਼ਨਾਨ ਕਰਨਾ ਜੀ। ਵੈਰੀਆਂ ਨੇ ਸੋਚਿਆ ਰਾਵੀ ਦਰਿਆ ਵਿੱਚ ਜਾਣਗੇ, ਜਲ ਠੰਡਾ ਹੈ, ਜ਼ਖਮਾਂ ਨੂੰ ਲੱਗੇਗਾ, ਹੋਰ ਤਸੀਹਿਆਂ ਦੀ ਤਰ੍ਹਾਂ ਹੋਵੇਗਾ ਤੇ ਉਹਨਾਂ ਨੇ ਵੀ ਕਿਹਾ ਕਿ ਮਨਜ਼ੂਰੀ ਹੈ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਹੁਣ ਸਾਰਾ ਤਨ ਸਰੀਰ ਉਹ ਤਪਿਆ ਸੜਿਆ ਪਿਆ ਸੀ ਜੀ, ਪਰ ਅੰਦਰ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਠੰਡ ਵਰਤਦੀ ਹੈ। ਭਾਈ ਪ੍ਰਾਣਾ ਜੀ ਦੇ ਮੋਢੇ ਦਾ ਆਸਰਾ ਲਿਆ ਜੀ ਤੇ ਮਹਾਰਾਜ ਚੱਲ ਕਰਕੇ ਰਾਵੀ ਕੋਲ ਆਏ ਜੀ। ਰਾਵੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਲੇਟ ਕਰਕੇ ਜੋਤੀ ਜੋਤ ਸਮਾਉਂਦੇ ਤੇ ਉੱਥੇ ਬਾਣੀ ਦੇ ਸ਼ਬਦ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਪਰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਸ਼ਹੀਦੀ ਦਾ ਸਬਕ ਉਹ ਮਹਾਰਾਜ ਨੇ ਸਿੱਖਾਂ ਨੂੰ ਸਿਖਾਇਆ ਜੀ। ਬਿਲਕੁਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਕਹਿ ਤੇ ਅਕਹਿ ਕਸ਼ਟ ਜਿਹੜਾ ਆ ਉਹ ਸਹਾਰਦੇ ਹੋਏ ਸ਼ਹਾਦਤ ਜਿਹੜੀ ਉਹਨਾਂ ਦੀ ਹੋਈ ਤੇ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਤੇ ਅੱਜ ਵਿਸ਼ਵ ਭਰ ਦੇ ਵਿੱਚ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਆ ਉਹ ਮਨਾਇਆ ਜਾ ਰਿਹਾ ਹੈ। ਸੋ ਅੰਤ ਦੇ ਉੱਤੇ ਮੈਂ ਇਹ ਜਾਣਨਾ ਚਾਹੂੰਗਾ ਕਿ ਅੱਜ ਜਿਵੇਂ ਅਸੀਂ ਵੱਖ-ਵੱਖ ਦਿਹਾੜੇ ਮਨਾਉਂਦੇ ਹਾਂ, ਤਾਂ ਸ਼ਹੀਦੀ ਦਿਹਾੜਿਆਂ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਇਹ ਕਿਵੇਂ ਮਨਾਇਆ, ਸਫਲ ਆਇਆ ਸਾਡਾ ਜੀ? ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਤਸੀਹੇ ਦਿੱਤੇ ਸੀ ਤੇ ਸਾਈਂ ਮੀਆਂ ਮੀਰ ਨੇ ਵੀ ਬਹੁਤ ਬੈਰਾਗ ਕੀਤਾ ਜੀ। ਤੇ ਗੁਰੂ ਅਰਜਨ ਦੇਵ ਜੀ ਨੇ ਉਦੋਂ ਇਹ ਵੀ ਕਿਹਾ ਸੀ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਜੀ, लेकिन बदलते वक्त की रफ्तार कौन रोकेगा जी। धन गुरु अर्जन देव महाराज ने कहा, साईं जी ये आवाज़ खत्म नहीं होवेगी, ये जिहड़ी विलखणता दा सिद्धांत प्रगट होया है ना, ये आवाज़ ਐਮਨਾਬਾਦ ਦੀ ਧਰਤੀ ਤੇ ਬਾਬੇ ਨਾਨਕ ਨੇ ਬੁਲੰਦ ਕੀਤੀ ਸੀ ਬਾਬਰ ਨੂੰ ਜਾਬਰ ਕਹਿ ਕਰਕੇ ਜੀ। ਇਹ ਆਵਾਜ਼ ਨਹੀਂ ਖਤਮ ਹੋਵੇਗੀ, ਇਹ ਆਵਾਜ਼ ਬੁਲੰਦ ਰਹੇਗੀ। ਬਾਬੇ ਕੇ ਸਦਾ ਦਿਲਾਂ ਤੇ ਰਾਜ ਕਰਨਗੇ, ਬਾਬਰ ਕੇ ਦਿੱਲੀ ਤੇ ਰਾਜ ਕਰਨਗੇ, ਪਰ ਬਾਬੇ ਕੇ ਦਿਲਾਂ ਤੇ ਰਾਜ ਕਰਨਗੇ। ਤੇ ਸੱਚ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਹ ਸਿਧਾਂਤ ਵਿਲੱਖਣ ਆਵਾਜ਼ ਉਹ ਧੰਨ ਗੁਰੂ ਤੇਗ ਬਹਾਦਰ ਜੀ ਨੇ ਵੀ ਬੁਲੰਦ ਰੱਖੀ, ਗੁਰੂ ਗੋਬਿੰਦ ਸਿੰਘ ਜੀ ਨੇ ਬੁਲੰਦ ਰੱਖੀ, ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਤੇ ਵੱਡਿਆਂ ਨੇ ਚਮਕੌਰ ਦੀ ਗੜੀ ਵਿੱਚ ਬੁਲੰਦ ਰੱਖੀ। ਉਸ ਤੋਂ ਬਾਅਦ ਵੀ ਗੁਰੂ ਕੇ ਸਿੱਖ ਤਸੀਹੇ ਸ਼ਹਾਦਤਾਂ ਦਿੰਦੇ ਰਹੇ, ਪਰ ਸਤਿਗੁਰੂ ਦੇ ਦਿੱਤੇ ਵਿਲੱਖਣ ਸਿਧਾਂਤ ਤੋਂ ਮੁਨਕਰ ਨਹੀਂ ਹੋਏ। ਤੇ ਮੇਰੀ ਇਹੀ ਬੇਨਤੀ ਹੈ ਅੱਜ ਵੀ ਸੰਗਤਾਂ ਨੂੰ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੱਤੀ ਤਵੀ ਤੇ ਬੈਠ ਕਰਕੇ ਵੀ ਗੁਰਬਾਣੀ ਦਾ ਉਪਦੇਸ਼, ਪਰਮਾਤਮਾ ਦੇ ਨਾਮ ਦਾ ਉਪਦੇਸ਼ ਦਿੰਦੇ ਰਹੇ। ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਨਮਸਕਾਰ ਕਰਨਾ ਹੈ, ਅੱਜ ਵੱਧ ਤੋਂ ਵੱਧ ਪਹਿਲਾਂ ਖੁਦ ਬਾਣੀ ਦਾ ਜਾਪ ਕਰੀਏ, ਨਿਤਨੇਮੀ ਹੋਈਏ, ਅੰਮ੍ਰਿਤ ਵੇਲੇ ਦੇ ਅਭਿਆਸੀ ਹੋਈਏ, ਸਤਿਗੁਰੂ ਦੇ ਨਾਲ ਬਾਣੀ ਦੇ ਨਾਲ ਪ੍ਰੇਮ ਭਾਵ ਕਰਕੇ ਆਪਣੇ ਬੱਚਿਆਂ ਨੂੰ, ਆਪਣੇ ਇਲਾਕੇ ਨੂੰ, ਆਪਣੇ ਆਲੇ ਦੁਆਲੇ ਤੱਕ ਬਾਣੀ ਦਾ ਪ੍ਰਚਾਰ, ਬਾਣੀ ਦਾ ਸਿਧਾਂਤ ਪਹੁੰਚਾਈਏ। ਤੇ ਇੱਕ ਅਰਦਾਸ ਮੈਂ ਆਪਣੇ ਤੌਰ ਤੇ ਬੇਨਤੀ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਸਮੁੱਚੀ ਸਿੱਖ ਸੰਗਤ ਨੂੰ ਕਰਾਂ ਕਿ ਸਾਧ ਸੰਗਤ ਜੀ, ਇੱਕ ਅਰਦਾਸ ਬਾਣੀ ਪੜ੍ਹ ਕੇ ਜ਼ਰੂਰ, ਜਿੱਥੇ ਆਪਾਂ ਆਪਣੀਆਂ ਸੁੱਖਾਂ ਦੀਆਂ ਦਾਤਾਂ ਗੁਰੂ ਤੋਂ ਮੰਗਦੇ ਹਾਂ, ਇੱਕ ਅਰਦਾਸ ਜ਼ਰੂਰ ਸਤਿਗੁਰੂ ਦੇ ਚਰਨਾਂ ਵਿੱਚ ਕਰਿਓ ਕਿ ਮਹਾਰਾਜ ਕਿਰਪਾ ਕਰੋ, ਪੰਜਾਬ ਦੇ ਉੱਤੇ, ਪੰਜਾਬ ਦੀ ਨੌਜਵਾਨੀ ਦੇ ਸੀਸ ਦੇ ਉੱਤੇ ਮਿਹਰ ਭਰਾ ਹੱਥ ਰੱਖੋ। ਪੰਜਾਬ ਦੇ ਤੇ ਪੰਜਾਬ ਦੇ ਨੌਜਵਾਨਾਂ ਦੀ ਰਾਖੀ ਸਤਿਗੁਰੂ ਜੀ ਆਪ ਹੀ ਕਰੋ, ਕਿਉਂਕਿ ਸਤਿਗੁਰੂ ਕਿਰਪਾ ਕਰਨ ਪੰਥ ਦੀ ਸਦਾ ਚੜ੍ਹਦੀ ਕਲਾ ਰਹੇਗੀ, ਪਰ ਸਰਬੱਤ ਦਾ ਭਲਾ ਮੰਗਣਾ ਉਹ ਸਿੱਖ ਦਾ ਸਦਾ ਹੀ ਫਰਜ਼ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਸੋ ਇਹ ਸਨ ਭਾਈ ਸੁਖਜੀਤ ਸਿੰਘ ਜੀ ਕਨਈਆ, ਜਿਨ੍ਹਾਂ ਨੇ ਸਮੁੱਚੇ ਇਤਿਹਾਸ
ਨੂੰ ਸੰਗਤਾਂ ਤੱਕ ਪਹੁੰਚਾਇਆ, ਸੰਗਤਾਂ ਨੂੰ ਜਾਣੂ ਕਰਾਇਆ ਤੇ ਅੱਜ ਵਿਸ਼ਵ ਭਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ। ਸੋ ਸਿੱਖ ਚੈਨਲ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਦਿਹਾੜੇ ਦੇ ਨਾਲ ਤੁਹਾਨੂੰ ਜੋੜਿਆ ਜਾਵੇ, ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਜਿਹੜਾ ਯੂਥ ਹੈ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ। ਸੋ ਅੱਜ ਦੇ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚ ਇੰਨਾ ਹੀ। ਸਿੰਘ ਸਾਹਿਬ ਹੋਰਾਂ ਦਾ ਧੰਨਵਾਦ ਕਰਦੇ ਹਾਂ। ਇੱਥੇ ਹੀ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।